Good morning, students. First of all, a very warm welcome to today's English class. And the topic for today is about a very brave soldier named Abdul Hamid. ਅੱਜ ਅਸੀਂ ਸਟੋਰੀ ਪੜਾਂਗੇ ਇੱਕ ਬਹਾਦਰ ਸਿਪਾਹੀ ਦੇ ਬਾਰੇ ਵਿੱਚ ਜਿਸ ਦਾ ਨਾਮ ਸੀ ਅਬਦੁਲ ਹਮੀਦ। ਬੇਟਾ ਜੀ, we all love our country, right? Each and every one of us love our country. We all want कि साडा देश, साडी country prosper करे, अगे वधे, developed होए, right? We all want? Yes, we all want. हर एक देशवासी ये चीज चाहता है. Each and every one of us wants to make our country to be a kind of paradise. हर कोई चाहता है कि साडा देश जिहड़ा है स्वर्ग वर्गा शांत ते सुंदर बने. But the way a soldier serves his country is the best example of patriotism. एक सोल्जर ਨੂੰ ਬੇਟਾ ਪਤਾ ਹੁੰਦਾ ਹੈ ਕਿ ਉਹ ਜਿਹੜਾ ਫੀਲਡ ਚੂਜ਼ ਕਰ ਰਿਹਾ ਹੈ ਉਹ ਸੋਲਜਰ ਬਣਨ ਜਾ ਰਿਹਾ ਹੈ, ਇੱਕ ਸਿਪਾਹੀ ਬਣਨ ਜਾ ਰਿਹਾ ਹੈ। ਇਹ ਲਾਈਫ ਜਿਹੜੀ ਹੈ that is full of risk. ਬਹੁਤ ਰਿਸਕ ਹੁੰਦਾ ਹੈ, ਡੇਂਜਰਸ ਲਾਈਫ ਹੁੰਦੀ ਹੈ। ਕਿਉਂ? because he knows he can die too. ਵਾਰ ਲੱਗ ਜਾਂਦੀ ਹੈ, ਲੜਾਈ ਹੁੰਦੀ ਹੈ, ਉਸ ਵਿੱਚ ਉਹਨੂੰ ਪਤਾ ਉਸਦੀ ਜਾਨ ਵੀ ਜਾ ਸਕਦੀ ਹੈ। even then he maintains his determination. ਉਹ ਇਹ ਦ੍ਰਿੜ ਆਪਣੇ ਸੰਕਲਪ ਰੱਖਦਾ ਹੈ ਕਿ ਹਾਂ ਮੈਂ ਫਿਰ ਵੀ ਸਿਪਾਹੀ ਬਣਨਾ ਹੀ ਚਾਹੁੰਦਾ, ਇੱਕ ਸੋਲਜਰ ਬਣਨਾ ਚਾਹੁੰਦਾ, ਮੈਂ ਆਪਣੇ ਦੇਸ਼ ਲਈ ਜਾਨ ਵੀ ਦੇਣ ਨੂੰ ਤਿਆਰ ਹਾਂ। So there is nothing nobler than risking your life for your country. ਇਸ ਤੋਂ ਵੱਧ ਹੋਰ ਕੀ ਹੋ ਸਕਦਾ ਹੈ ਕਿ ਇੱਕ ਸੋਲਜਰ ਆਪਣੇ ਦੇਸ਼ ਲਈ ਹਰ ਵੇਲੇ ਜਾਨ ਦੇਣ ਨੂੰ ਵੀ ਤਿਆਰ ਰਹਿੰਦਾ। Students, today we will have a glimpse into a day of life of a soldier of Indo-Pakistan War whose name was Abdul Hamid. ਅੱਜ ਅਸੀਂ ਭਾਰਤ ਪਾਕਿਸਤਾਨ ਜੰਗ ਦੇ ਇੱਕ ਬਹਾਦਰ ਸਿਪਾਹੀ ਅਬਦੁਲ ਹਮੀਦ ਦੀ ਜ਼ਿੰਦਗੀ ਦੇ ਇੱਕ ਦਿਨ ਦੇ ਬਾਰੇ ਵਿੱਚ ਪੜਾਂਗੇ। So let's get started. Abdul Hamid was a brave Indian soldier. He was a company quartermaster, Havaldar in the Indian Army. He fought in the 1965 war between India and Pakistan. ਅਬਦੁਲ ਹਮੀਦ ਇੱਕ ਬਹਾਦਰ ਭਾਰਤੀ ਫੌਜ ਦਾ ਸਿਪਾਹੀ ਸੀ। ਉਹ ਕੰਪਨੀ ਕੁਆਟਰ ਮਾਸਟਰ ਹਵਲਦਾਰ ਸੀ। ਉਹਨੇ ਇੰਡੀਆ ਤੇ ਪਾਕਿਸਤਾਨ ਵਿੱਚ ਜਿਹੜੀ 1965 ਦੀ ਲੜਾਈ ਹੋਈ ਸੀ ਉਹਦੇ ਵਿੱਚ ਭਾਗ ਲਿਆ ਸੀ। ਸਭ ਤੋਂ ਪਹਿਲਾਂ ਅਸੀਂ ਦੇਖਾਂਗੇ ਵਰਡ ਸੋਲਜਰ ਕੀ ਹੈ। ਦੋ ਤੁਹਾਨੂੰ ਸਮਝ ਆ ਵੀ ਗਈ ਹੋਣੀ ਹੈ ਕਿਉਂਕਿ I have used this word many times since we have started. Soldier is a person who serves in army. ਜਿਹੜਾ ਆਰਮੀ ਵਿੱਚ ਕੰਮ ਕਰਦਾ ਹੈ ਸਿਪਾਹੀ, ਉਹਨੂੰ ਅਸੀਂ ਕੀ ਕਹਿੰਦੇ ਆ? soldier. Clear? So, on 10th September, India was fighting against Pakistan. A Pakistan regiment of Patton tanks was marching on Pikhivind-Amritsar road in the Khemkaran sector of India. It had reached a village named Chima near border. ਇਹ ਦਿਨ 10 ਸਤੰਬਰ 1965 ਦਾ ਸੀ ਬੱਚਿਓ। ਭਾਰਤ ਪਾਕਿਸਤਾਨ ਖਿਲਾਫ ਲੜਾਈ ਲੜ ਰਿਹਾ ਸੀ। ਖੇਮਕਰਨ ਸੈਕਟਰ ਵਿੱਚ ਪੈਟਨ ਟੈਂਕਾਂ ਵਾਲੀ ਪਾਕਿਸਤਾਨੀ ਰੈਜੀਮੈਂਟ ਸੀ ਜਿਹੜੀ ਭਿੱਖੀਵਿੰਡ ਅੰਮ੍ਰਿਤਸਰ ਸੜਕ ਤੇ ਮਾਰਚ ਕਰ ਰਹੀ ਸੀ। ਇਹ ਚੀਮਾ ਪਿੰਡ ਪਹੁੰਚੀ ਜੋ ਕਿ ਬਾਰਡਰ ਦੇ ਕਿਨਾਰੇ ਤੇ ਸੀ। ਸੋ ਰੈਜੀਮੈਂਟ ਮੀਨਸ ਅ ਪਰਮਾਨੈਂਟ ਯੂਨਿਟ ਆਫ ਐਨ ਆਰਮੀ। ਆਰਮੀ ਦੇ ਵਿੱਚ ਫੌਜ ਦੇ ਵਿੱਚ ਅਲੱਗ-ਅਲੱਗ ਗਰੁੱਪਸ ਬਣੇ ਹੁੰਦੇ ਆ, ਯੂਨਿਟਸ ਬਣੇ ਹੁੰਦੇ ਆ। ਹਰ ਇੱਕ ਯੂਨਿਟ ਨੂੰ ਕੀ ਆਪਾਂ ਵੱਖਰੇ ਤੌਰ ਤੇ ਕਹਿ ਦਿੰਦੇ ਆ? regiment. Next is marching, walking quickly with determination. ਇੱਕ ਦ੍ਰਿੜ ਸੰਕਲਪ ਦੇ ਨਾਲ ਅੱਗੇ ਵਧਣਾ। ਫੌਜ ਜਿਹੜੀ ਹੈ ਆਪਣੇ ਦਿਮਾਗ ਦੇ ਵਿੱਚ ਉਹਨਾਂ ਦੇ ਵਿੱਚ determination ਹੁੰਦੀ ਹੈ ਕਿ ਅਸੀਂ ਜਿੱਤਣਾ ਤੇ ਜਲਦੀ ਜਲਦੀ ਅੱਗੇ ਆਪਣੇ ਦੁਸ਼ਮਣਾਂ ਦਾ ਮੁਕਾਬਲਾ ਕਰਨ ਲਈ ਮਾਰਚ ਕਰਦੇ हैं।
Abdul Hamid of 4 Grenadiers was waiting to face the Pakistani army in his jeep. Abdul Hamid ਵੇਟ ਕਰ ਰਿਹਾ ਸੀ ਕਿ ਕਦੋਂ ਉਹਦਾ ਸਾਹਮਣਾ ਪਾਕਿਸਤਾਨੀ ਫੌਜ ਦੇ ਨਾਲ ਹੋਏ। ਉਹ ਆਪਣੀ ਜੀਪ ਵਿੱਚ ਬੈਠਾ ਸੀ। He had a special gun. ਉਹਦੇ ਕੋਲ ਇੱਕ ਸਪੈਸ਼ਲ ਗਨ ਸੀ। He could hit the tanks with his gun. ਆਪਣੀ ਗਨ ਦੇ ਨਾਲ ਉਹ ਦੁਸ਼ਮਣ ਦੇ ਟੈਂਕਾਂ ਨੂੰ ਹਿੱਟ ਕਰ ਸਕਦਾ ਸੀ, ਸ਼ੂਟ ਕਰ ਸਕਦਾ ਸੀ, ਤਬਾਹ ਕਰ ਸਕਦਾ ਸੀ। He is a good shot. ਬੜਾ ਪਰਪੱਕ ਨਿਸ਼ਾਨੇਬਾਜ਼ ਸੀ। Good shot means ਕਿ ਵਧੀਆ ਤਰੀਕੇ ਨਾਲ ਉਹ ਨਿਸ਼ਾਨਾ ਲਗਾ ਸਕਦਾ ਸੀ, ਬਹੁਤ ਵਧੀਆ ਨਿਸ਼ਾਨੇਬਾਜ਼ ਸੀ। A good shot, one who can shoot any target successfully. ਕੋਈ ਵੀ ਟਾਰਗੇਟ ਜਿਹੜਾ ਹੋਏ, ਕਿੰਨਾ ਵੀ ਔਖਾ ਟਾਰਗੇਟ ਕਿਉਂ ਨਾ ਹੋਏ, ਕਈ ਇਹੋ ਜਿਹੇ ਨਿਸ਼ਾਨੇਬਾਜ਼ ਹੁੰਦੇ ਹੈ ਜਿਹੜੇ ਬਿਨਾਂ ਦੇਖੇ ਆਵਾਜ਼ ਸੁਣ ਕੇ ਨਿਸ਼ਾਨਾ ਲਗਾ ਦਿੰਦੇ ਆ, ਅਸੀਂ ਉਹਨਾਂ ਨੂੰ ਕਹਿੰਦੇ ਆ ਗੁੱਡ ਸ਼ਾਟ। ਸੋ ਅਬਦੁਲ ਹਮੀਦ ਵੀ he was a good shot. The Patton tanks of the Pakistan army are very powerful and dangerous. ਪਾਕਿਸਤਾਨ ਕੋਲ ਜਿਹੜੇ ਪੈਟਨ ਟੈਂਕ ਸੀ ਉਹ ਬਹੁਤ ਪਾਵਰਫੁਲ, ਬਹੁਤ ਡੇਂਜਰਸ, ਖਤਰਨਾਕ ਸੀ, ਬਹੁਤ ਸਟਰੋਂਗ ਸੀ, ਬਹੁਤ ਵਧੀਆ ਸੀ। Brave Abdul Hamid marches forward. ਬਹਾਦੁਰ ਅਬਦੁਲ ਹਮੀਦ ਅੱਗੇ ਮਾਰਚ ਕਰਦਾ ਗਿਆ, ਅੱਗੇ ਵੱਧਦਾ ਗਿਆ। He turns his gun and fire. The tank goes up in the flame. ਆਪਣੀ ਗਨ ਦੇ ਨਾਲ ਸ਼ੂਟ ਕਰਦਾ ਹੈ ਤੇ ਦੁਸ਼ਮਣ ਦੇ ਟੈਂਕ ਨੂੰ ਨਸ਼ਟ ਕਰ ਦਿੰਦਾ ਹੈ, ਅੱਗ ਲੱਗ ਜਾਂਦੀ ਹੈ ਉਹਨੂੰ। Dangerous, able to cause harm or injury. ਅਸੀਂ ਤੇ ਦੇਖਿਆ ਕਿ ਪਾਕਿਸਤਾਨ ਦੇ ਜਿਹੜੇ ਟੈਂਕ ਸੀ ਬਹੁਤ ਡੇਂਜਰਸ ਸੀ, ਜਿਨ੍ਹਾਂ ਤੋਂ ਸਾਨੂੰ ਬਹੁਤ ਡਰ ਲੱਗਦਾ, ਬਹੁਤ ਖਤਰਨਾਕ ਸੀ। The Indian soldiers were very happy. ਭਾਰਤੀ ਜਿਹੜੇ ਸਿਪਾਹੀ ਸੀ ਸਾਰੇ ਬਹੁਤ ਖੁਸ਼ ਹੋਏ ਇਸ ਕਰਕੇ। The Pakistan army was attacking Abdul Hamid and his soldiers, but he continued destroying their tanks. ਪਾਕਿਸਤਾਨੀ ਆਰਮੀ ਜਿਹੜੀ ਅਟੈਕ ਕਰ ਰਹੀ ਸੀ ਬੜੇ ਜ਼ਬਰਦਸਤ ਤਰੀਕੇ ਦੇ ਨਾਲ, ਪਰ ਅਬਦੁਲ ਹਮੀਦ ਨੇ ਆਪਣੀ ਗਨ ਦੇ ਨਾਲ ਦੁਸ਼ਮਣ ਦੇ ਜਿਹੜੇ ਟੈਂਕ ਸੀ ਉਹਨਾਂ ਨੂੰ ਨਸ਼ਟ ਕਰਨਾ ਚਾਲੂ ਰੱਖਿਆ। He continued without a break in the continuity. ਲਗਾਤਾਰ ਉਹ ਨਸ਼ਟ ਕਰਦਾ ਗਿਆ, ਲਗਾਤਾਰ। Continuity means ਕੋਈ ਚੀਜ਼ ਲਗਾਤਾਰਤਾ ਨਾਲ ਚਲਦੀ ਜਾਏ। But one shell of the enemy hit his jeep and he is badly wounded. But ਇੱਕ shot, ਇੱਕ shell, ਇੱਕ bomb enemy ਵੱਲੋਂ, ਦੁਸ਼ਮਣ ਵੱਲੋਂ ਉਹਦੀ ਜੀਪ ਤੇ ਗਿਰਿਆ ਤੇ ਅਬਦੁਲ ਹਮੀਦ got badly wounded, injured, ਜ਼ਖਮੀ ਹੋਣਾ। But he didn't lose heart. but ਉਹਨੇ ਆਪਣਾ ਦਿਲ ਨਹੀਂ ਛੱਡਿਆ, ਹਿੰਮਤ ਨਹੀਂ ਹਾਰੀ। He ordered his soldiers to fight bravely. ਉਹਨੇ ਆਪਣੇ ਜ਼ਖਮੀ ਹੋਣ ਦੇ ਬਾਵਜੂਦ ਵੀ ਆਪਣੇ ਨਾਲ ਜਿਹੜੇ ਉਹਦੇ ਕੰਪੈਨੀਅਨ ਸੋਲਜਰ ਸੀਗੇ, ਉਹਦੇ ਸਾਥੀ ਸੀ, ਬਾਕੀ ਸਾਰੇ ਸਿਪਾਹੀ ਸੀ ਜੋ ਉਹਨਾਂ ਦੇ ਨਾਲ, ਉਹਨਾਂ ਨੂੰ ਕੀ ਕਿਹਾ ਕਿ ਉਹ ਅੱਗੇ ਵੱਧ ਕੇ ਲੜਦੇ ਰਹਿਣ। They obeyed his order and fought bravely. ਉਹ ਸੋਲਜਰਸ, ਉਹਦੇ ਸਾਥੀ ਜਿਹੜੇ ਉਹਦੇ ਨਾਲ ਸੀ, ਉਹਦਾ ਆਰਡਰ, ਉਹਦਾ ਹੁਕਮ ਮੰਨ ਕੇ ਉਹ ਅੱਗੇ ਹੋ ਕੇ ਲੜਦੇ ਰਹੇ। The Pakistani soldiers got afraid and they ran away from the battlefield. ਇੰਨੇ ਜੋਸ਼ ਦੇ ਨਾਲ ਅਬਦੁਲ ਹਮੀਦ ਦੀ ਜਿਹੜੀ ਯੂਨਿਟ ਸੀ ਉਹਨੇ ਲੜਾਈ ਕੀਤੀ ਕਿ ਪਾਕਿਸਤਾਨ ਦੇ ਜਿਹੜੇ ਸੋਲਜਰ ਸੀ ਉਹ ਡਰ ਗਏ। They got afraid, ਡਰ ਗਏ ਤੇ ਉੱਥੋਂ ਭੱਜ ਗਏ, ਬੈਟਲਫੀਲਡ ਚੋਂ, ਜੰਗ ਦੇ ਮੈਦਾਨ ਵਿੱਚੋਂ ਭੱਜ ਗਏ। So the word here which we have to consider is wounded, injured. wounded ਦਾ ਮਤਲਬ ਹੁੰਦਾ ਹੈ injured, ਜ਼ਖਮੀ ਹੋਣਾ। The brave soldier died fighting for his country. ਜਿੱਤ ਤਾਂ ਗਏ, ਦੁਸ਼ਮਣ ਨੂੰ ਭਜਾ ਤਾਂ ਦਿੱਤਾ, ਜੰਗ ਦੇ ਮੈਦਾਨ ਵਿੱਚੋਂ ਪਾਕਿਸਤਾਨੀ ਆਰਮੀ ਨੂੰ ਅਸੀਂ ਭਜਾ ਤਾਂ ਦਿੱਤਾ, ਬਟ ਇਸ ਵਿੱਚ ਅਸੀਂ ਅਬਦੁਲ ਹਮੀਦ ਵਰਗੇ ਬ੍ਰੇਵ ਸੋਲਜਰ ਨੂੰ ਗਵਾ ਦਿੱਤਾ। He died, ਉਹ ਮਰ ਗਿਆ ਇਸ ਵਿੱਚ। He was awarded the Paramveer Chakra posthumously for his bravery. ਉਸ ਦੀ ਡੈਥ ਤੋਂ ਬਾਅਦ ਉਸਨੂੰ ਪਰਮਵੀਰ ਚੱਕਰ ਬੇਟੇ ਸਾਡੇ ਦੇਸ਼ ਦਾ ਇੱਕ ਬਹੁਤ ਵੱਡਾ ਅਵਾਰਡ ਹੈ
ਜਿਹੜਾ ਉਸ ਇਨਸਾਨ ਨੂੰ ਦਿੱਤਾ ਹੈ ਜਿਹੜਾ ਕੋਈ ਬਹਾਦਰੀ ਦਾ ਕਾਰਨਾਮਾ ਕਰਦਾ ਹੈ ਆਪਣੇ ਦੇਸ਼ ਦੇ ਵਾਸਤੇ, ਆਪਣੇ ਦੇਸ਼ ਦੇ ਹਿੱਤ ਵਿੱਚ। ਸੋ ਅਬਦੁਲ ਹਮੀਦ ਨੂੰ ਵੀ ਉਸ ਦੀ ਡੈਥ ਤੋਂ ਬਾਅਦ ਅਵਾਰਡ ਮਿਲਿਆ, ਕਿਹੜਾ? ਪਰਮਵੀਰ ਚੱਕਰ। His village has been named Hamid Dham after his death. ਉਸਦੇ ਵਿਲੇਜ, ਉਸਦੇ ਪਿੰਡ ਨੂੰ ਉਸਦਾ ਨਾਮ ਦਿੱਤਾ ਗਿਆ ਉਸਦੀ ਡੈਥ ਤੋਂ ਬਾਅਦ। ਕਿਸ ਦਾ? ਅਬਦੁਲ ਹਮੀਦ ਦਾ ਨਾਮ ਦਿੱਤਾ ਗਿਆ। ਕੀ ਨਾਮ ਦਿੱਤਾ ਗਿਆ? ਹਾਮਿਦ ਧਾਮ। Posthumously after the death of a person. Posthumously ਦਾ ਕੀ ਮਤਲਬ ਹੁੰਦਾ ਹੈ? ਉਹ ਕੰਮ ਜਿਹੜਾ ਕਿਸੇ ਇਨਸਾਨ ਦੀ ਡੈਥ ਤੋਂ ਬਾਅਦ ਉਹਨੂੰ ਉਸ ਲਈ ਕੀਤਾ ਜਾਏ। ਸੋ ਪਰਮਵੀਰ ਚੱਕਰ ਅਵਾਰਡ ਉਹਨੂੰ ਮਿਲਿਆ ਸੀਗਾ। ਕਿਹਨੂੰ ਮਿਲਿਆ ਸੀ? ਅਬਦੁਲ ਹਮੀਦ ਨੂੰ posthumously. Posthumously means after his death. Now we are going to recapitulate. The first question here is, what was the name of the award given to Abdul Hamid? ਕਿਹੜਾ award ਦਿੱਤਾ ਗਿਆ ਸੀ? The name of the award given to Abdul Hamid was Paramveer Chakra. What name has been given to his village? ਹੁਣੇ ਅਸੀਂ ਪੜਿਆ Hamid Dham. Yes, Hamid Dham. The name of the village is Hamid Dham. So here are some quotations. What you have to do is, from your book, you have to quote lines which means Abdul Hamid was a crack shot. So, ਤੁਹਾਡੀ book ਦੇ ਵਿੱਚ ਇੱਕ line ਇਸ story ਵਿੱਚ ਦਿੱਤੀ ਗਈ ਹੈ। Once at night he shot a bird just guided by his sound. ਸਿਰਫ ਆਵਾਜ਼ ਸੁਣ ਕੇ ਹੀ ਇੱਕ bird ਨੂੰ shoot ਕੀਤਾ ਤਾਂ ਇਸ ਦਾ ਮਤਲਬ ਕੀ ਹੋਇਆ? He was a crack shot. ਬਹੁਤ ਵਧੀਆ ਨਿਸ਼ਾਨੇਬਾਜ਼ ਸੀ। He was a brave soldier. Abdul Hamid marched forward when the powerful tanks were coming nearer and nearer firing. Right? Clear? ਅੱਗੇ ਵੱਧਦਾ ਗਿਆ। ਉਹ ਬਹਾਦੁਰ ਸੀ, ਡਰਿਆ ਨਹੀਂ। He didn't lose heart. He is badly wounded, but he ordered his soldiers to march forward and fight on. ਹਿੰਮਤ ਨਹੀਂ ਹਾਰੀ। wounded ਹੋ ਗਿਆ, injured ਹੋ ਗਿਆ, ਜ਼ਖਮੀ ਹੋ ਗਿਆ, ਫਿਰ ਵੀ ਆਪਣੇ soldiers ਨੂੰ ਕਿਹਾ ਅੱਗੇ ਵੱਧਦੇ ਰਹੋ। His soldiers loved him. His soldiers obeyed him and fought bravely. ਉਸਦੇ ਨਾਲ ਜਿਹੜੇ soldiers ਸੀ ਉਹਨੂੰ ਪਿਆਰ ਕਰਦੇ ਸੀ, ਉਹਦੀ respect ਕਰਦੇ ਸੀ। His name will always be remembered. ਯਾਦ ਰੱਖਿਆ ਜਾਏਗਾ। ਕਿਸ ਤਰ੍ਹਾਂ? His village is called after his name, Hamid Dham. ਅਬਦੁਲ ਹਮੀਦ ਦੇ ਨਾਮ ਤੇ ਉਸਦੇ ਪਿੰਡ ਦਾ ਨਾਮ ਕੀ ਰੱਖਿਆ ਗਿਆ? ਹਾਮਿਦ ਧਾਮ। So I hope everything is clear. Take the correct statements. He could hit the tanks with his gun if he wanted to, but he waited. Because ਕਿਉਂ wait ਕੀਤੀ ਉਹਨੇ? Because he didn't want to waste his shot. ਆਪਣੇ ਨਿਸ਼ਾਨੇ ਨੂੰ waste ਨਹੀਂ ਕਰਨਾ ਚਾਹੁੰਦਾ ਸੀ, ਇਸ ਕਰਕੇ। Hamid was their biggest enemy because Hamid ਉਹਨਾਂ ਦਾ ਪਾਕਿਸਤਾਨੀਆਂ ਦਾ ਸਭ ਤੋਂ ਵੱਡਾ enemy ਸੀਗਾ। ਕਿਉਂ? Because he was a brave soldier. ਬਹਾਦੁਰ ਸੀ ਉਹ ਬਹੁਤ, ਉਹਨਾਂ ਨੂੰ ਪਤਾ ਸੀ, ਸੋ ਇਸ ਕਰਕੇ ਉਹ ਡਰਦੇ ਸੀ। He could shoot a bird at night guided by its sound because ਬਿਨਾਂ ਦੇਖੇ ਸਾਊਂਡ ਸੁਣ ਕੇ ਹੀ ਉਹ ਨਿਸ਼ਾਨਾ ਲਗਾ ਸਕਦਾ ਸੀ। Because ਆਪਾਂ ਹੁਣੇ ਦੇਖਿਆ ਸੀ he was a crack shot. ਬੜਾ ਪਰਪੱਕ ਨਿਸ਼ਾਨੇਬਾਜ਼ ਸੀ। Hope you understand everything. Thank you so much. We will meet in the next class. Bye bye and take care till then.